ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵੀ ਪਿਆਰੇ ਭੈਣੋ ਤੇ ਭਰਾਓ, ਅਸੀਂ ਹਰ ਰੋਜ਼ ਖੁਦਾ ਦਾ ਵਚਨ ਸੁਣਦੇ ਹਾਂ ਤੇ ਹੁਣ ਤੱਕ ਸਾਡੇ ਜੀਵਨ ਵਿੱਚ ਖੁਦਾ ਨੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ ਤੇ ਨਾਲ ਹੀ ਅਸੀਂ ਇਹ ਮਹਿਸੂਸ ਵੀ ਕੀਤਾ ਹੋਵੇਗਾ ਕਿ ਖੁਦਾ ਨੇ ਸਾਡੇ ਜੀਵਨ ਵਿੱਚ ਬਹੁਤ ਸਾਰੇ ਅਸੰਭਵ ਕੰਮ ਸੀ ਜਿਨ੍ਹਾਂ ਨੂੰ ਸੰਭਵ ਕੀਤਾ, ਯਾਨੀ ਕਿ ਸਾਡੇ ਜੀਵਨ ਵਿੱਚ ਚਮਤਕਾਰ ਵੀ ਕੀਤੇ ਹਨ। ਅਸੀਂ ਅੱਜ ਇਸ ਗੱਲ ਉੱਤੇ ਧਿਆਨ ਲਾਉਣਾ ਹੈ ਕਿ ਖੁਦਾ ਦਾ ਜੋ ਵਚਨ ਅਸੀਂ ਰੋਜ਼ ਸੁਣਦੇ ਹਾਂ, ਇਹ ਸਾਡੇ ਵਿੱਚ ਵਾਧਾ ਹੈ ਜਾਂ ਨਹੀਂ, ਸਾਡੇ ਵਿੱਚ ਕਾਰਜਸ਼ੀਲ ਹੁੰਦਾ ਹੈ ਜਾਂ ਨਹੀਂ, ਸਾਡੀ ਇਸ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ, ਅਸੀਂ ਕਿਸ ਤਰ੍ਹਾਂ ਖੁਦਾ ਦੇ ਵਚਨ ਅਨੁਸਾਰ ਆਪਣੇ ਜੀਵਨ ਵਿੱਚ ਫਲ ਪੈਦਾ ਕਰਦੇ ਹਾਂ। ਜੇਕਰ ਅਸੀਂ ਖੁਦਾ ਦੇ ਵਚਨ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਦੇ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕਿ ਅਸੀਂ ਉਸ ਦੇ ਅਨੁਸਾਰ ਨਹੀਂ ਚੱਲਦੇ, ਤਾਂ ਅਸੀਂ ਆਪ ਜਾਣਬੁੱਝ ਕੇ ਫਲਹੀਨ ਹੋ ਰਹੇ ਹਾਂ। ਉਹ ਸਾਰੇ ਜਿਹੜੇ ਖੁਦਾ ਦਾ ਵਚਨ ਸੁਣਦੇ ਹਨ, ਉਸ ਉੱਤੇ ਚੱਲਦੇ ਹਨ, ਉਹ ਹਮੇਸ਼ਾ ਵਚਨ ਦੇ ਅਨੁਸਾਰ ਫਲ ਪੈਦਾ ਕਰਦੇ ਹਨ, 30 ਗੁਣਾ 60 ਗੁਣਾ ਜਾਂ 100 ਗੁਣਾ। ਆਓ ਅਸੀਂ ਅੱਜ ਦੇ ਦਿਨ ਹੁਣ ਤੱਕ ਆਪਣੇ ਪਿਛਲੇ ਜੀਵਨ ਵੱਲ ਝਾਤ ਮਾਰੀਏ ਕਿ ਅਸੀਂ ਕਿਸ ਤਰ੍ਹਾਂ ਖੁਦਾ ਦੇ ਵਚਨ ਦੇ ਪ੍ਰਤੀ ਅਤੇ ਇਹਨਾਂ ਪਵਿੱਤਰ ਰੀਤਾਂ ਦੇ ਪ੍ਰਤੀ ਆਪਣੇ ਆਪ ਨੂੰ ਰੱਖਿਆ ਹੈ, ਅਸੀਂ ਕਿਸ ਤਰ੍ਹਾਂ ਇਹਨਾਂ ਦੇ ਅਨੁਸਾਰ ਫਲ ਪੈਦਾ ਕਰਦੇ ਹਾਂ। ਆਓ ਅਸੀਂ ਹੁਣ ਤੱਕ ਕੀਤੇ ਸਾਰੇ ਗਲਤੀਆਂ ਗੁਨਾਹਾਂ ਲਈ ਪ੍ਰਭੂ ਕੋ ਮਾਫੀ ਮੰਗੀਏ, ਤਾਂ ਜੋ ਅਸੀਂ ਯੋਗ ਢੰਗ ਨਾਲ ਅੱਜ ਦੇ ਇਹਨਾਂ ਪਵਿੱਤਰ ਭੇਦਾਂ ਨੂੰ ਮਨਾ ਸਕੀਏ। ਪਛਤਾਏ ਪਏ ਦਿਲ ਨਾਲ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਦੇ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਤੂੰ ਸਾਨੂੰ ਸਿਖਾਇਆ ਹੈ ਕਿ ਤੂੰ ਉਹਨਾਂ ਦੇ ਦਿਲਾਂ ਵਿੱਚ ਵਾਸ ਕਰੇਗਾ ਜੋ ਨੇਕ ਅਤੇ ਇਮਾਨਦਾਰ ਹਨ। ਬਖਸ਼ ਦੇ ਕਿ ਤੇਰੇ ਫਜ਼ਲ ਨਾਲ ਅਸੀਂ ਤੇਰੇ ਮਨਪਸੰਦ ਡੇਰੇ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ, ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਯਾਕੂਬ ਦਾ ਪੱਤਰ, ਉਸ ਦਾ 1 ਬਾਬ 12 ਤੋਂ 18 ਆਇਤ ਤੱਕ। ਧੰਨ ਉਹ ਆਦਮੀ ਹੈ ਜੋ ਪਰਤਾਵੇ ਸਮੇਂ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਪ੍ਰੀਖਿਆ ਵਿੱਚ ਪੂਰਾ ਉਤਰਦਾ ਹੈ ਤਾਂ ਉਹ ਜੀਵਨ ਮੁਕਤ ਪ੍ਰਾਪਤ ਕਰਦਾ ਹੈ, ਜਿਸ ਦੀ ਪ੍ਰਤਿਗਿਆ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਕੀਤੀ ਹੈ। ਜੋ ਆਦਮੀ
ਪਰਤਾਵੇ ਹੇਠ ਹੁੰਦਾ ਹੈ, ਉਹ ਇਹ ਨਾ ਕਹੇ ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ, ਕਿਉਂਕਿ ਨਾ ਪਰਮੇਸ਼ਵਰ ਬੁਰਾਈ ਦੇ ਰਾਹੀਂ ਪਰਤਾਇਆ ਜਾ ਸਕਦਾ ਹੈ ਅਤੇ ਨਾ ਹੀ ਉਹ ਆਪ ਕਿਸੇ ਨੂੰ ਇਸ ਤਰ੍ਹਾਂ ਪਰਤਾਉਂਦਾ ਹੈ। ਸਗੋਂ ਹਰ ਮਨੁੱਖ ਆਪਣੀ ਹੀ ਬੁਰੀਆਂ ਇੱਛਾਵਾਂ ਦੇ ਰਾਹੀਂ ਪਰਤਾਇਆ ਜਾਂਦਾ ਹੈ। ਅਸਲ ਵਿੱਚ ਇਹ ਹੀ ਹਨ ਜੋ ਉਸ ਨੂੰ ਭਟਕਾਉਂਦੀਆਂ ਅਤੇ ਮੋਹ ਜਾਲ ਵਿੱਚ ਫਸਾ ਦਿੰਦੀਆਂ ਹਨ। ਇਸ ਦੇ ਪਿੱਛੋਂ ਉਸ ਦੀਆਂ ਇੱਛਾਵਾਂ ਗਰਭਵਤੀ ਹੁੰਦੀਆਂ ਹਨ ਅਤੇ ਪਾਪ ਨੂੰ ਜਨਮ ਦਿੰਦੀਆਂ ਹਨ, ਜੋ ਅੱਗੇ ਚੱਲ ਕੇ ਮੌਤ ਨੂੰ ਜਨਮ ਦਿੰਦਾ ਹੈ। ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ। ਸਭ ਉੱਤਮ ਦਾਤਾਂ ਚੰਗੀਆਂ ਹਨ ਅਤੇ ਇਹ ਸਭ ਉੱਪਰੋਂ ਪਰਮੇਸ਼ਵਰ ਕੋਲੋਂ ਮਿਲਦੀਆਂ ਹਨ, ਅਰਥਾਤ ਪਰਮੇਸ਼ਵਰ ਪਿਤਾ ਕੋਲੋਂ, ਜੋ ਸਭ ਸਵਰਗੀ ਲੋਕਾਂ ਦਾ ਰਚਨਹਾਰਾ ਹੈ। ਉਹ ਕਦੀ ਬਦਲਦਾ ਨਹੀਂ, ਨਾ ਹੀ ਸਾਡੇ ਵੱਲੋਂ ਮੂੰਹ ਮੋੜਦਾ ਅਤੇ ਨਾ ਹੀ ਸਾਨੂੰ ਅੰਧਕਾਰ ਵਿੱਚ ਛੱਡਦਾ ਹੈ। ਉਸ ਨੇ ਸਾਨੂੰ ਆਪਣੀ ਇੱਛਾ ਨਾਲ ਆਪਣੇ ਸੱਤ ਦੇ ਸੰਦੇਸ਼ ਰਾਹੀਂ ਜਨਮ ਦਿੱਤਾ ਹੈ ਕਿ ਅਸੀਂ ਉਸ ਦੀ ਸਭ ਰਚਨਾ ਦੇ ਪਹਿਲੇ ਫਲ ਠਹਿਰੀਏ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 8 ਅਧਿਆਇ 14 ਤੋਂ 21 ਆਇਤ। ਚੇਲੇ ਰੋਟੀ ਲਿਆਉਣਾ ਭੁੱਲ ਗਏ ਸਨ ਅਤੇ ਉਹਨਾਂ ਕੋਲ ਕਿਸ਼ਤੀ ਵਿੱਚ ਇੱਕ ਹੀ ਰੋਟੀ ਸੀ। ਉਸਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਚੇਤਾਵਨੀ ਦਿੱਤੀ, ਧਿਆਨ ਦਿਓ, ਫਰੀਸੀਆਂ ਅਤੇ ਹੈਰੋਦੇਸ ਦੇ ਖਮੀਰ ਤੋਂ ਸਾਵਧਾਨ ਰਹੋ। ਉਹ ਇਸ ਬਾਰੇ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸੇ, ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ। ਅਤੇ ਯਿਸੂ ਨੇ ਇਹ ਜਾਣਦੇ ਹੋਏ ਉਹਨਾਂ ਨੂੰ ਕਿਹਾ, ਤੁਸੀਂ ਇਸ ਬਾਰੇ ਬਹਿਸ ਕਿਸ ਲਈ ਕਰਦੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਅਜੇ ਤੱਕ ਨਹੀਂ ਵੇਖਦੇ ਜਾਂ ਨਹੀਂ ਸਮਝਦੇ ਕਿ ਤੁਹਾਡੇ ਦਿਲ ਪੱਥਰ ਦੇ ਹੋ ਗਏ ਹਨ? ਅੱਖਾਂ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਵੇਖਦੇ ਅਤੇ ਕੰਨ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਸੁਣਦੇ। ਕੀ ਤੁਹਾਨੂੰ ਯਾਦ ਨਹੀਂ ਹੈ ਜਦੋਂ ਮੈਂ 5000 ਲੋਕਾਂ ਦੇ ਲਈ 5 ਰੋਟੀਆਂ ਤੋੜੀਆਂ ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ 12। ਅਤੇ ਜਦੋਂ ਮੈਂ 4000 ਦੇ ਲਈ 7 ਰੋਟੀਆਂ ਤੋੜੀਆਂ ਤਾਂ ਤੁਸੀਂ ਇਕੱਠੇ ਕੀਤੇ ਟੁਕੜਿਆਂ ਦੇ ਕਿੰਨੇ ਟੋਕਰੇ ਭਰੇ ਸਨ? ਉਹਨਾਂ ਨੇ ਉਸ ਨੂੰ ਕਿਹਾ 7। ਤਦ ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਅਜੇ ਵੀ ਨਹੀਂ ਸਮਝੇ? ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵੀ ਪਿਆਰੇ ਭੈਣ ਤੇ ਭਰਾਓ, ਸਭ ਤੋਂ ਪਹਿਲਾਂ ਆਓ ਅਸੀਂ ਖੁਦਾ ਦਾ ਧੰਨਵਾਦ ਕਰੀਏ ਅੱਜ ਇਸ ਨਵੇਂ ਦਿਨ ਦੇ ਲਈ ਜੋ ਪ੍ਰਭੂ ਨੇ ਸਾਨੂੰ ਬਖਸ਼ਿਆ ਹੈ, ਸਾਨੂੰ ਆਪਣਾ ਵਚਨ ਸੁਣਨ ਦੇ ਲਈ ਅਤੇ ਇਹਨਾਂ ਪਵਿੱਤਰ ਭੇਦਾਂ ਵਿੱਚ ਹਿੱਸਾ ਲੈਣ ਦੇ ਲਈ ਇਹ ਨਵਾਂ ਦਿਨ ਬਖਸ਼ਿਆ ਹੈ। ਪ੍ਰਭੂ ਦੇ ਨਾਂ ਤੇ ਹੀ ਅਸੀਂ ਇਸ ਦਿਨ ਦੀ ਸ਼ੁਰੂਆਤ ਕਰ ਰਹੇ ਹਾਂ। ਆਓ ਅਸੀਂ ਵਚਨ ਉੱਤੇ ਧਿਆਨ ਲਾਈਏ। ਪ੍ਰਭੂ ਸਾਨੂੰ ਕਹਿ ਰਿਹਾ ਹੈ ਕਿ ਕੀ ਅਸੀਂ ਵੇਖਦਿਆਂ ਹੋਏ ਵੀ ਨਹੀਂ ਵੇਖਦੇ ਤੇ ਸੁਣਦਿਆਂ ਹੋਇਆਂ ਵੀ ਨਹੀਂ ਸੁਣਦੇ ਜਾਂ ਨਹੀਂ ਸਮਝਦੇ? ਅਸੀਂ ਪਿਛਲੇ ਕੁਝ ਦਿਨਾਂ ਤੋਂ ਅੰਜੀਲ ਦੇ ਪਾਠ ਵਿੱਚੋਂ ਇਹੀ ਸੁਣਦੇ ਆ ਰਹੇ ਹਾਂ ਕਿ ਫਰੀਸੀ ਪ੍ਰਭੂ ਯਿਸੂ ਦੇ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਪ੍ਰਭੂ ਯਿਸੂ ਦੀਆਂ ਗੱਲਾਂ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ, ਸਗੋਂ ਉਸ ਦੀਆਂ ਗੱਲਾਂ ਨੂੰ ਸੁਣਦੇ ਹੀ ਨਹੀਂ। ਹਰ ਵਾਰੀ ਕੋਈ ਨਾ ਕੋਈ ਮੁੱਦਾ ਲੈ ਕੇ ਪ੍ਰਭੂ ਦੇ ਸਾਹਮਣੇ ਆਉਂਦੇ ਹਨ ਤਾਂ ਜੋ ਕਿਸੇ ਨਾ ਕਿਸੇ ਗੱਲ ਦੇ ਵਿੱਚ ਪ੍ਰਭੂ ਨੂੰ ਉਲਝਾਇਆ ਜਾਵੇ ਅਤੇ ਉਸ ਵਿੱਚ ਗਲਤੀ ਕੱਢੀ ਜਾਵੇ। ਇਸ ਲਈ ਪ੍ਰਭੂ ਦੇ ਵਚਨ ਦੇ ਲਈ ਉਹਨਾਂ ਦੇ ਮਨ ਵਿੱਚ ਕੋਈ ਥਾਂ ਨਹੀਂ ਹੈ, ਕਿਉਂਕਿ ਉਹ ਸੁਣਦੇ ਨਹੀਂ, ਯਾਨੀ ਕਿ ਪ੍ਰਭੂ ਦਾ ਵਚਨ ਸੁਣਨਾ ਹੀ ਉਹਨਾਂ ਨੇ ਬੰਦ ਕੀਤਾ ਹੋਇਆ ਹੈ। ਫਿਰ ਨਾਲ ਹੀ ਅਸੀਂ ਵੇਖਦੇ ਹਾਂ ਕਿ ਉਹ ਪ੍ਰਭੂ ਯਿਸੂ ਨੂੰ ਪਰਖਣਾ ਚਾਹੁੰਦੇ ਆ। ਉਹ ਪ੍ਰਭੂ ਯਿਸੂ ਤੋਂ ਨਿਸ਼ਾਨਾਂ ਦੀ, ਚਮਤਕਾਰਾਂ ਦੀ ਮੰਗ ਕਰਦੇ ਆ। ਆਪਾਂ ਵੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਬਹੁਤ ਸਾਰੇ ਚਮਤਕਾਰ ਕੀਤੇ ਆ। ਉਹ ਚਮਤਕਾਰ ਵੇਖਣ ਦੇ ਬਾਵਜੂਦ ਵੀ ਇਹ ਕੀ ਕਰਦੇ ਆ? ਪ੍ਰਭੂ ਯਿਸੂ ਤੇ ਵਿਸ਼ਵਾਸ ਨਹੀਂ ਕਰਦੇ। ਪ੍ਰਭੂ ਯਿਸੂ ਉਹਨਾਂ ਦੇ ਬਾਰੇ ਅੱਜ ਦੀ ਅੰਜੀਲ ਵਿੱਚ ਆਪਣੇ ਚੇਲਿਆਂ ਨੂੰ ਦੱਸ ਰਿਹਾ ਹੈ ਕਿ ਸ਼ਾਇਦ ਉਹਦੇ ਚੇਲੇ ਵੀ ਉਸੇ ਤਰ੍ਹਾਂ ਦੇ ਤਾਂ ਨਹੀਂ ਆ, ਕਿ ਉਸਦੇ ਚੇਲੇ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬੁਲਾਇਆ ਹੈ, ਕਿ ਇਹ ਚੇਲੇ ਵੀ ਇਹਨਾਂ ਫਰੀਸੀਆਂ ਵਰਗੇ ਤਾਂ ਨਹੀਂ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਆ, ਉਸ ਦੇ ਨਾਲ ਚੱਲਦੇ ਆ, ਹਰ ਰੋਜ਼ ਉਸ ਦਾ ਵਚਨ ਸੁਣਦੇ ਆ, ਹਰ ਰੋਜ਼ ਉਸ ਦੀਆਂ ਗੱਲਾਂ ਸੁਣਦੇ ਆ। ਪ੍ਰਭੂ ਉਹਨਾਂ ਨੂੰ ਸਮਝਾਉਂਦਾ ਵੀ ਹੈ ਤੇ ਨਾਲ ਹੀ ਉਹ ਪ੍ਰਭੂ ਦੇ ਸਾਰੇ ਚਮਤਕਾਰਾਂ ਨੂੰ ਵੀ ਵੇਖਦੇ ਆ। ਪਰ ਪ੍ਰਭੂ ਦੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ, ਚਮਤਕਾਰ ਦੇਖਣ ਦੇ ਬਾਵਜੂਦ ਵੀ ਇਹਨਾਂ ਚੇਲਿਆਂ ਦਾ ਜੋ ਵਤੀਰਾ ਆ, ਪ੍ਰਭੂ ਦੇ ਪ੍ਰਤੀ ਜੋ ਰੁਖ ਆ, ਸ਼ਾਇਦ ਉਹ ਫਰੀਸੀਆਂ ਵਰਗਾ ਹੀ ਹੈ। ਹੁਣ ਅਸੀਂ ਆਪਣੇ ਜੀਵਨ ਵੱਲ ਦੇਖੀਏ ਕਿ ਕੀ ਅਸੀਂ ਵੀ ਇਸੇ ਤਰ੍ਹਾਂ ਦੇ ਤਾਂ ਨਹੀਂ ਆ। ਬਹੁਤ ਸਾਰੇ ਸਾਲਾਂ ਤੋਂ ਅਸੀਂ ਸਾਕਰਾਮੈਂਟ ਗ੍ਰਹਿਣ ਕਰਦੇ ਆ ਰਹੇ ਹਾਂ, ਪ੍ਰਭੂ ਦਾ ਵਚਨ ਸੁਣਦੇ ਆ ਰਹੇ ਹਾਂ,
ਪਾਕ ਮਾਸ ਵਿੱਚ ਹਿੱਸਾ ਲੈਂਦੇ ਆ ਰਹੇ ਹਾਂ। ਇਹਨਾਂ ਪਵਿੱਤਰ ਰੀਤਾਂ ਦਾ, ਖੁਦਾ ਦੇ ਵਚਨ ਦਾ ਸਾਡੇ ਵਿੱਚ ਕਿੰਨਾ ਕੁ ਅਸਰ ਹੋਇਆ। ਅਸੀਂ ਆਪਣੇ ਆਪ ਨੂੰ ਖੁਦਾ ਦੇ ਵਚਨ ਅਤੇ ਇਹਨਾਂ ਪਵਿੱਤਰ ਰੀਤਾਂ ਦੇ ਪ੍ਰਤੀ ਕਿੰਨਾ ਕੁ ਖੋਲ੍ਹ ਕੇ ਰੱਖਿਆ, ਕਿੰਨੇ ਕਿ ਅਸੀਂ ਇਹਨਾਂ ਨੂੰ ਗ੍ਰਹਿਣ ਕਰਦੇ ਹਾਂ। ਜਿੰਨਾ ਇਹਨਾਂ ਨੂੰ ਗ੍ਰਹਿਣ ਕਰਦੇ ਹਾਂ, ਜਿੰਨਾ ਕਿ ਇਹਨਾਂ ਉੱਤੇ ਵਿਸ਼ਵਾਸ ਕਰਦੇ ਹਾਂ, ਓਨਾ ਹੀ ਸਾਡੇ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਇਸ ਗੱਲ 'ਤੇ ਧਿਆਨ ਦਈਏ ਕਿ ਰੋਜ਼ਾਨਾ ਖੁਦਾ ਦਾ ਵਚਨ ਸੁਣਦਿਆਂ, ਇਹਨਾਂ ਪਵਿੱਤਰ ਰੀਤਾਂ ਵਿੱਚ ਭਾਗ ਲੈਂਦਿਆਂ ਸਾਡੇ ਵਿੱਚ ਕਿੰਨਾ ਕੁ ਅਸਰ ਹੁੰਦਾ ਹੈ। ਅਸੀਂ ਕਿੰਨਾ ਕੁ ਇਹਨਾਂ ਨੂੰ ਸਹੀ ਤਰੀਕੇ ਨਾਲ ਗ੍ਰਹਿਣ ਕਰਦੇ ਹਾਂ। ਜੇਕਰ ਨਹੀਂ ਤੇ ਅੱਜ ਦੀਆਂ ਇਹ ਗੱਲਾਂ ਸਾਡੇ ਉੱਤੇ ਵੀ ਲਾਗੂ ਹੁੰਦੀਆਂ ਹਨ ਕਿ ਅਸੀਂ ਪ੍ਰਭੂ ਦਾ ਵਚਨ ਸੁਣਦੇ ਹੋਏ ਵੀ ਉਸ ਨੂੰ ਸਮਝਦੇ ਨਹੀਂ, ਪ੍ਰਭੂ ਦੇ ਚਮਤਕਾਰ ਵੇਖਦੇ ਹੋਏ ਵੀ ਅਸੀਂ ਸ਼ਾਇਦ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ, ਸਗੋਂ ਹੋਰ ਫਰੀਸੀਆਂ ਵਾਂਗੂ ਚਮਤਕਾਰ ਉੱਤੇ ਚਮਤਕਾਰ ਦੀ ਮੰਗ ਕਰਦੇ ਰਹਿੰਦੇ ਹਾਂ, ਕਿਉਂਕਿ ਸ਼ਾਇਦ ਅਸੀਂ ਖੁਦਾ ਨੂੰ ਇੱਕ ਜਾਦੂਗਰ ਦੇ ਸਮਾਨ ਸਮਝਦੇ ਹਾਂ। ਜਦੋਂ ਵੀ ਚਮਤਕਾਰ ਦੀ ਮੰਗ ਕਰ ਲਈ, ਜਾਦੂਗਰ ਵਾਂਗੂ ਖੁਦਾ ਉਸੇ ਵੇਲੇ ਚਮਤਕਾਰ ਕਰ ਦਿੰਦਾ। ਇਸ ਤਰ੍ਹਾਂ ਨਹੀਂ ਹੈ। ਜੇਕਰ ਖੁਦਾ ਇਸੇ ਤਰੀਕੇ ਨਾਲ ਚਮਤਕਾਰ ਕਰਨ ਲੱਗ ਪਏ ਤਾਂ ਖੁਦਾ ਨਹੀਂ ਹੈ। ਅਸੀਂ ਖੁਦਾ ਨੂੰ ਇੱਕ ਜਾਦੂਗਰ ਦੇ ਰੁਤਬੇ ਤੱਕ ਨਹੀਂ ਲਿਆ ਸਕਦੇ। ਖੁਦਾ ਦੀ ਆਪਣੀ ਮਰਜ਼ੀ ਹੈ। ਅਸੀਂ ਉਹਦੇ ਚਮਤਕਾਰਾਂ ਦੇ ਸ਼ਾਇਦ ਲਾਇਕ ਨਹੀਂ ਹਾਂ। ਇਹ ਉਸ ਦੀ ਆਪਣੀ ਮਰਜ਼ੀ ਹੈ, ਚਮਤਕਾਰ ਕਰੇ ਜਾਂ ਨਾ ਕਰੇ। ਕੁਝ ਗੱਲਾਂ ਇੱਦਾਂ ਦੀਆਂ ਹੁੰਦੀਆਂ ਆ ਜੋ ਖੁਦਾ ਦੇ ਲਈ ਆਮ ਹੁੰਦੀਆਂ ਆ, ਪਰ ਸਾਨੂੰ ਉਹ ਚਮਤਕਾਰ ਲੱਗਦੀਆਂ ਹਨ। ਪਿਆਰਿਓ, ਅਸੀਂ ਇਹਨਾਂ ਚੀਜ਼ਾਂ ਵੱਲ ਨਾ ਜਾਈਏ। ਅਸੀਂ ਇਸ ਗੱਲ 'ਤੇ ਧਿਆਨ ਰੱਖੀਏ ਕਿ ਇਹ ਜੋ ਵਚਨ ਅਸੀਂ ਰੋਜ਼ਾਨਾ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਇਸ ਉੱਤੇ ਅਸੀਂ ਕਿੰਨਾ ਕੁ ਅਮਲ ਕਰਦੇ ਹਾਂ, ਕਿੰਨਾ ਕੁ ਧਿਆਨ ਲਾਉਂਦੇ ਹਾਂ, ਕਿੰਨਾ ਕੁ ਵਿਸ਼ਵਾਸ ਕਰਦੇ ਹਾਂ। ਉਸੇ ਤਰੀਕੇ ਨਾਲ ਅਸੀਂ ਫਲ ਪੈਦਾ ਕਰਾਂਗੇ। ਪ੍ਰਭੂ ਚਾਹੁੰਦਾ ਹੈ ਅਸੀਂ ਫਲਹੀਨ ਨਾ ਬਣੀਏ। ਵਚਨ ਸੁਣਨ ਤੋਂ ਬਾਅਦ ਅਸੀਂ ਫਲਦਾਇਕ ਬਣੀਏ। 30 ਗੁਣਾ, 60 ਗੁਣਾ ਜਾਂ 100 ਗੁਣਾ ਆਪਣੇ ਜੀਵਨ ਵਿੱਚ ਫਲ ਪੈਦਾ ਕਰੀਏ। ਆਓ ਅਸੀਂ ਅੱਜ ਦੇ ਦਿਨ ਲਈ ਖੁਦਾ ਅੱਗੇ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ। ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ। ਧੰਨਵਾਦ ਕਰਦੇ ਹਾਂ ਹੁਣ ਤੱਕ ਸਾਨੂੰ ਦਿੱਤੀਆਂ ਸਾਰੀਆਂ ਬਰਕਤਾਂ, ਨਿਆਮਤਾਂ, ਖੁਸ਼ੀਆਂ ਦੇ ਲਈ। ਪਿਤਾ ਪਰਮੇਸ਼ਵਰ, ਸਾਡੇ ਉੱਤੇ ਦਇਆ ਕਰੋ ਤਾਂ ਜੋ ਅਸੀਂ ਸਹੀ ਤਰੀਕੇ ਨਾਲ ਤੁਹਾਡੇ ਵਚਨ ਨੂੰ ਸੁਣ ਸਕੀਏ, ਸਮਝ ਸਕੀਏ, ਇਸ ਨੂੰ ਅਪਣਾ ਸਕੀਏ ਤੇ ਉਸ ਦੇ ਮੁਤਾਬਕ ਆਪਣੇ ਜੀਵਨ ਵਿੱਚ ਫਲਦਾਇਕ ਬਣੀਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। यीशु सुलेवा
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਹ ਨਜ਼ਰਾਨਾ ਸਾਨੂੰ ਸ਼ੁੱਧ ਅਤੇ ਨਵਾਂ ਕਰੇ। ਬਖਸ਼ ਦੇ ਕਿ ਤੇਰੀ ਪਾਕ ਮਰਜ਼ੀ ਦੇ ਵਫਾਦਾਰ ਰਹਿਣ ਵਾਲਿਆਂ ਲਈ ਇਸ ਦੀਵੀ ਇਨਾਮ ਦਾ ਜ਼ਰੀਆ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਦੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਅਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਾਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਦੇ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਐ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫੇਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ।
ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੇਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਇਦ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤਾਂ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚ ਆਉਣ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ, ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗੋ ਯੁਗ ਦੇ ਰਾਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜੋ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ।
खोज रहा, ऐसे प्रभु मैं तुझे खोज रहा। प्यासा हिरन जैसे तूने है जल को, ऐसे प्रभु मैं तुझे खोज रहा, ऐसे प्रभु मैं तुझे खोज रहा। तू ही मेरे मन की अभिलाषा, तू ही मेरे मन की अभिलाषा। तेरी पूजा नित्य दिन करता रहूं मैं, तेरी पूजा नित्य दिन करता रहूं मैं। प्यासा हिरन जैसे तूने है जल को, ऐसे प्रभु मैं तुझे खोज रहा, ऐसे प्रभु मैं तुझे खोज रहा, ऐसे प्रभु मैं तुझे खोज रहा, ऐसे प्रभु मैं तुझे खोज रहा। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਤੂੰ ਸਾਨੂੰ ਪਾਕ ਯੂਕਰਿਸਤ ਦੇ ਭੋਜ ਨਾਲ ਰਜਾਇਆ ਹੈ। ਬਖਸ਼ ਦੇ ਕਿ ਅਸੀਂ ਹਮੇਸ਼ਾ ਉਸ ਭੋਜਨ ਦੇ ਲਈ ਤਰਸਦੇ ਰਹੀਏ ਜੋ ਸਾਨੂੰ ਸੱਚਾ ਜੀਵਨ ਦਿੰਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ। याद कर ऐ नहायत मेहरबान कुआरी मरियम, भई कदे एह नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तेरी तो खाली गया होवे। ऐ कुआरी कुआरियां दी अते मेरी मां, मैं इस तसल्ली नाल मैं तेरे कोल नस्सी आउंदी हां अते तेरे अगे खलो के मैं गुनाही रोंदी हां। ऐ तेरे तारे होए कलाम दी मां, मेरी अर्ज़ां नूं कीर ना जान, सगों मेहरबानी नाल सुन अते कबूल कर। आमीन। मां मरियम शांति दी रानी, साडे लई दुआ कर। तने तने मरियम साडी मां, तने तेरे बेटा पले है मां। तने तने मरियम साडी मां, तने तेरे बेटा पले है मां। तेरा दामन पाक हमेशा, तेरा दामन पाक हमेशा, तेरा दामन पाक हमेशा, तेरा दामन पाक हमेशा, तेरा पाक सदा रहना। तने तने मरियम साडी मां, तने तने मरियम साडी मां, तने तेरे बेटा